साध संगत जग के बुलाओ। वाहिगुरू जी का खालसा वाहिगुरू जी की फतेह। ਜਿਹੜੇ ਕਹਿੰਦੇ ਨੇ ਅਕਾਲ ਪੁਰਖ ਨੂੰ ਦੇਹ ਸ਼ਿਵਾ ਬਰ ਮੋਹੇ, ਇਹ ਸ਼ੁਭ ਕਰਮ ਤੇ ਕਬ ਹੋ ਨਾ ਡਰੋ, ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰ ਸਿੱਖੋ ਆਪਣੇ ਹੀ ਮਨ ਕੋ, ਇਹ ਲਾਲਚ ਹੋਂ ਗੁਣ ਤਾਉ ਉਚਰੋ, जब आप की औध निदान बनाए अत ही रण में तब जूझ मरो, धन जियो तेह को जग में मुख में हर चित्त में जुद्ध विचार है। वो जिहड़े सूरमे ने ऐसे धनता दे जो जाके मैदाने जंग दे विच लड़दे ने, जिवें श्री चमकौर साहब दे जंग विच लड़े, सीधे मूँह हो के 5-5 जाने निकल के लड़े, जिवें श्री मुक्तसर साहब जाके योधियां ने जंग कीते, श्री आनंदपुर साहब जंग कीते, महाराज के जंग कीते। इउं जिहड़े सूरमे ने जिन्हां ने जाके धर्म दा जंग कीता, मूँह दे उत्ते सट्टां सहारियां, ਉਹ ਯੋਧੇ 3 प्रकार ਦੇ ਸੂਰਮਾ। ਇਹ ਜਿਹੜੇ ਸੂਰਮੇ ਹੁੰਦੇ ਨੇ, ਇਹ ਯੋਧੇ ਜਿਵੇਂ ਯੋਧੇ ਹਨ, ਇਹ ਸਾਰੇ ਆਤਰਥੀ ਯੋਧਾ ਸਾਰਿਆਂ ਨਾਲੋਂ ਵੱਡਾ ਹੁੰਦਾ, ਉਸ ਤੋਂ ਛੋਟਾ ਮਹਾਰਥੀ। ਸੋ ਇਸੇ ਪ੍ਰਕਾਰ ਇਹ ਜਿਹੜੇ ਯੋਧੇ ਨੇ, 10 ਨਾਲ ਲੜਨ ਵਾਲਾ, ਸੈਂਕੜਿਆਂ ਨਾਲ ਲੜਨ ਵਾਲਾ, ਬੇਗਿਣਤ ਫੌਜਾਂ ਨਾਲ ਲੜਨ ਵਾਲਾ ਆਤਰਥੀ ਯੋਧਾ, ਯੋਧ, ਮਹਾਬਲੀ, ਸੂਰਮਾ, ਇਹ 3 ਅਵਸਥਾ ਹਨ ਇਹਨਾਂ ਦੀਆਂ। ਗਾਵਨ ਤੁਧਨੋਂ ਯੋਧ ਮਹਾਬਲ ਸੂਰਾ। ਇਹ ਯੋਧੇ ਮਹਾਬਲੀ ਸੂਰਮੇ ਵੀ ਪ੍ਰਮਾਤਮਾ ਨੂੰ ਗਾਉਂਦੇ ਨੇ, ਜਿਹੜੇ ਸਹਾਰਦੇ ਨੇ ਆਪਣੇ ਉੱਪਰ। ਅਣਗਿਣਤ ਹੀ ਗ੍ਰੰਥ ਨੇ ਜਿਹੜੇ ਯੋਧਿਆਂ ਨੂੰ ਕਥਨ ਕਰਦੇ ਨੇ, ਅਣਗਿਣਤ ਹੀ ਮੈਦਾਨੇ ਜੰਗ ਦੇ ਵਿੱਚ ਜਾ ਕੇ ਲੜਾਈ ਦੇ ਢੰਗ, ਇਹਨਾਂ ਦੀਆਂ ਵਿਧੀਆਂ, ਇਹਨਾਂ ਦੇ ਫਲ, ਧਰਮ ਜੰਗ ਵਿੱਚ ਮਰਨ ਵਾਲਾ ਸ਼ਹੀਦੀ ਨੂੰ ਪ੍ਰਾਪਤ ਕਰਕੇ ਸੱਚਖੰਡ ਨੂੰ ਚਲਿਆ ਜਾਂਦਾ। ਘਰੇਲੂ ਜੰਗ ਕਰਦੇ ਲੋਕ, ਦੇਸ਼ਾਂ ਦੇ ਜੰਗ, ਕਈ ਪ੍ਰਕਾਰ ਦੀਆਂ ਜੰਗਾਂ ਨੇ। ਪਰ ਐਸੇ ਵੀ ਸੂਰਮੇ ਨੇ ਜਿਹੜੇ ਧਰਮ ਦੇ ਖਾਤਰ ਲੜਦਿਆਂ ਲੜਦਿਆਂ ਸ਼ਹੀਦ ਹੋ ਜਾਂਦੇ ਨੇ, ਜਾਂ ਧਰਮੀ ਰਾਜੇ, ਜਿਹੜੀਆਂ 9 ਧੁਨਾਂ 6ਵੇਂ ਪਾਤਸ਼ਾਹ ਨੇ ਚੜਾਈਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਲੱਲਾ ਬਹਿਲੀਮਾ ਕੀ ਧੁਨ ਗਾਵਣੀ, ਟੁੰਡੇ ਅਸ ਰਾਜੇ ਕੀ ਧੁਨੀ। ਇਹ ਜਿਹੜੀਆਂ ਧੁਨੀਆਂ ਚੜਾਈਆਂ ਨੇ, ਇਹਨਾਂ ਨੂੰ ਬਹੁਤ ਚੰਗੇ ਰਾਜੇ ਜਾਣ ਕੇ ਇਹਨਾਂ ਦੀਆਂ ਸਾਖੀਆਂ 6ਵੇਂ ਪਾਤਸ਼ਾਹ ਨੇ ਆਪਣੀਆਂ ਫੌਜਾਂ ਨੂੰ ਸੁਣਾਈਆਂ ਵੀ ਦੇਖੋ ਇਹ ਰਾਜੇ ਕਿੰਨੇ ਚੰਗੇ ਹੋਏ ਨੇ, ਧਰਮ ਦਾ ਨਿਆਂ ਕੀਤਾ, ਧਰਮ ਦਾ ਜੰਗ ਕੀਤਾ ਜਿਨ੍ਹਾਂ ਨੇ। ਸੋ ਇਸ ਤਰ੍ਹਾਂ ਇਹ ਰਾਜਸੀ ਸ੍ਰਿਸ਼ਟੀ ਦਾ ਕਥਨ ਕਰਕੇ ਇਸੇ ਪੌੜੀ ਵਿੱਚ ਹੁਣ ਸ਼ਾਂਤ ਕੀ ਸ੍ਰਿਸ਼ਟੀ ਨੂੰ ਹੀ ਇਸੇ ਪੰਕਤੀ ਵਿੱਚ ਹੀ ਲਿਆਉਣਾ। ਫਿਰ ਮਹਾਰਾਜ ਜੀ ਨੇ ਅਸੰਖ ਸੂਰ ਮੋਹ ਭਖ ਸਾਰ, ਅਸੰਖ ਐਸੇ ਅਣਗਿਣਤ ਹੀ ਬ੍ਰਹਮ ਗਿਆਨੀ ਮਹਾਪੁਰਸ਼ ਜਿਨ੍ਹਾਂ ਦੇ ਹਿਰਦੇ 'ਚ ਸੂਰਜ ਚੜ੍ਹ ਗਿਆ ਬ੍ਰਹਮ ਗਿਆਨ ਦਾ, ਜਿਨ੍ਹਾਂ ਦੇ ਹਿਰਦੇ 'ਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਜਿਹੜੇ ਸਾਰ ਤੱਤ ਜਿਹੜਾ ਹੈ ਸਾਰਿਆਂ ਨਾਲੋਂ ਕਿਹੜਾ ਮੋਹ, ਇਹਨੂੰ ਭਾਖ ਲੈਂਦੇ ਨੇ, ਖਾ ਲੈਂਦੇ ਨੇ। ਸਾਰਿਆਂ ਨਾਲੋਂ ਔਖਾ ਮੋਹ ਜਿੱਤਣਾ ਹੈ। ਕਾਮ, ਕ੍ਰੋਧ, ਲੋਭ, ਹੰਕਾਰ, ਇਹਨਾਂ ਨੂੰ ਬੰਦਾ ਕਾਬੂ ਕਰ ਲੈਂਦਾ ਹਲੇ ਮਾੜਾ ਮੋਟਾ, ਜਿਹੜੇ ਅੱਗੇ ਤੱਕ ਅਵਸਥਾ 'ਚ ਗਏ ਨੇ। ਪਰ ਮੋਹ ਛੱਡਣਾ ਬਹੁਤ ਔਖਾ। ਮੋਹ ਦੇ ਵਿੱਚ ਆ ਕੇ ਬੜੇ ਬੜੇ ਮਾਰੇ ਗਏ। ਠੀਕ ਆ, ਆਪਾਂ ਕਿਸੇ ਦੀ ਨਿੰਦਾ ਨਹੀਂ ਕਰਦੇ, ਪਰ ਮੋਹ ਦੀ ਜਦੋਂ ਗੱਲ ਆ ਜਾਂਦੀ ਹੈ। ਸੋ ਜਦੋਂ ਰਾਮਚੰਦਰ ਜੀ ਗਏ ਨੇ, ਦਸ਼ਰਥ ਜੀ ਮਹਿਲਾਂ ਤੇ ਖੜੇ ਦੇਖਦੇ ਰਹੇ। 14 ਸਾਲ ਦਾ ਬਨਵਾਸ ਕੋਈ ਥੋੜਾ ਨਹੀਂ ਹੁੰਦਾ, ਪੁੱਤਰ ਦਾ ਵਿਛੋੜਾ। ਜਦੋਂ ਰਾਮਚੰਦਰ ਜੀ ਦਿਖਣੋਂ ਹਟ ਗਏ ਤਾਂ ਮਹਿਲਾਂ ਤੋਂ ਛਾਲ ਮਾਰ ਦਿੱਤੀ, ਸਰੀਰ ਤਿਆਗ ਦਿੱਤਾ। ਸੋ ਇਸੇ ਪ੍ਰਕਾਰ ਬਿਆਸ ਜੀ ਨੇ 2 ਵਾਰੀ ਫਾਹਾ ਲੈਣ ਦਾ ਯਤਨ ਕੀਤਾ, ਕਿਉਂਕਿ ਉਹਦਾ 100 ਪੁੱਤਰ ਮਰ ਗਿਆ ਸੀ। ਅਖੀਰ ਇਹ ਸਤਦਰਵ ਨਾਮ ਤੇ ਬਿਆਸ ਦਰਿਆ ਦੇ ਨਾਂ ਇਹਨਾਂ ਦੇ ਨਾਂ ਤੇ ਹੀ ਪਏ ਨੇ। ਸਤਲੁਜ ਬਾਅਦ ਚ ਬਣਿਆ, ਤੀਰ ਸਤਦਰਵ ਗ੍ਰੰਥ ਸੁਧਾਰਾ।
ਇਹ ਜਿਹੜਾ ਸਤद्रव है, सतलुज सतद्रव ਦਾ अर्थ है 100 ਧਾਰਾਂ ਵਾਲਾ ਦਰਿਆ। ਜਦੋਂ ਇਹਦੇ ਵਿੱਚ ਆ ਕੇ ਬਿਆਸ ਜੀ ਨੇ ਛਾਲ ਮਾਰੀ ਆਪਣੇ ਬੱਚਿਆਂ ਦੇ ਮੂੰਹ ਵਿੱਚ ਆ ਕੇ ਕਿ ਮੈਂ ਮਰ ਜਾਵਾਂ, ਦਰਿਆ ਨੇ ਵਿਚਾਰ ਕੀਤੀ ਵੀ ਮੇਰੇ ਤੇ ਕਲੰਕ ਲੱਗ ਜਾਏਗਾ ਕਿ ਇਹਨੇ ऋषि मुनि ਡੁਬੋ ਕੇ ਮਾਰਤਾ। 100 ਧਾਰਾ ਹੋ ਕੇ ਦਰਿਆ ਵਗ ਪਿਆ, ਉਹ ਮਾਰਿਆ ਹੀ ਨਹੀਂ ਉਹਨੂੰ। ਫਿਰ ਆ ਕੇ ਇਹਨੇ ਬਿਆਸ ਦੇ ਕਿਨਾਰੇ ਦਰਿਆ ਤੇ ਫਾਹਾ ਲੈਣ ਦਾ ਯਤਨ ਕੀਤਾ, ਇੱਕ ਦਰਖਤ ਦੇ ਨਾਲ ਰੱਸਾ ਬੰਨ੍ਹ ਕੇ। ਉਹ ਬਿਆਸ ਨੇ ਐਸੀ ਛੱਲ ਮਾਰੀ ਕਿ ਉਹ ਸਾਰਾ ਕੁਝ ਹੀ ਤੋੜ ਦਿੱਤਾ, ਰੱਸਾ ਰੁੱਸਾ। ਇਹਦਾ ਨਾਂ ਸੀ ਬੇਫਾਸਾ, ਬੇਫਾਸ, ਫਾਹੀ ਨੂੰ ਤੋੜਨ ਵਾਲਾ। ਹੌਲੀ ਹੌਲੀ ਇਹ ਦਰਿਆ ਦਾ ਨਾਮ ਬਣ ਗਿਆ ਬਿਆਸ। ਵੈਸੇ ਤਾਂ ਓਰੀਜਨਲ ਨਾਂ ਹੌਲੀ ਹੌਲੀ ਆਪਣੇ ਆਪ ਹੀ ਮਿਟ ਜਾਂਦੇ। ਪੱਤੀ ਆਲਾ, ਆਲੇ ਦੀ ਪੱਤੀ, ਬਾਬੇ ਆਲੇ ਦੀ ਪੱਤੀ ਸੀ ਪਹਿਲਾਂ ਆਪਣਾ ਸ਼ਹਿਰ, ਹੌਲੀ ਹੌਲੀ ਪਟਿਆਲਾ ਬਣ ਗਿਆ। ਇਸੇ ਤਰ੍ਹਾਂ ਹੀ ਹੈ ਗੁਰਕੀਰਤਪੁਰ ਸਾਹਿਬ, ਨਾਮ ਰੱਖਿਆ ਬਾਬਾ ਗੁਰਦਿੱਤਾ ਜੀ ਨੇ ਦਾ, ਵਸਾਇਆ ਵੀ ਉਹਨਾਂ ਨੇ ਹੈ, ਪਰ ਹੌਲੀ ਹੌਲੀ ਕੀਰਤਪੁਰ ਸਾਹਿਬ ਬਣ ਗਿਆ। ਉਹ ਅੱਧਾ ਕੁ ਨਾਂ ਜਿਹਾ ਵਿੱਚੋਂ ਕੱਟ ਦਿੰਦੇ ਨੇ ਵੀ ਕੀਰਤਪੁਰ ਸਾਹਿਬ ਠੀਕ ਹੈ। ਕਿਹਦੀ ਕੀਰਤ? ਗੁਰਕੀਰਤ, ਗੁਰੂ ਦੀ ਕੀਰਤ ਕਰਨੀ ਹੈ। ਇਸੇ ਪ੍ਰਕਾਰ ਹੀ ਇਹ ਜਿਹੜਾ ਮੋਹ ਹੈ, ਇਹ ਬੜਿਆਂ ਬੜਿਆਂ ਬੰਦਿਆਂ ਨੂੰ ਲੈ ਡੁੱਬਦਾ। ਬੜੇ ਬੜੇ ਬੰਦੇ ਮੋਹ ਚ ਆ ਕੇ ਇਬਰਾਹੀਮ ਨੂੰ ਜਦੋਂ ਅੱਲਾ ਨੇ ਕਿਹਾ ਕਿ ਆਪਣੇ ਪੁੱਤਰ ਦੀ ਕੁਰਬਾਨੀ ਦੇ, ਮਨ ਕੰਬ ਗਿਆ ਉਹਦਾ। ਤਾਂ ਉਸ ਵਕਤ ਹੱਥ ਵਿੱਚ ਛੁਰੀ ਲਈ, ਅੱਖਾਂ ਤੇ ਪੱਟੀ ਬੰਨ੍ਹ ਲਈ, ਕਹਿੰਦੇ ਚਲੋ ਜੀ ਆਪਾਂ ਆ ਜਿਹੜਾ ਹੁੰਦਾ ਲੇਲਾ ਜਿਹਾ, ਇਹਦੀ ਉਹ ਕੁਰਬਾਨੀ ਦੇ ਦਿੰਦੇ, ਭੇਡ ਦੇ ਲੇਲੇ ਦੀ। ਬੱਚੇ ਨੂੰ ਕਾਹਨੂੰ ਮਾਰਨਾ? ਕਹਿੰਦੇ ਬੱਚਾ ਤਾਂ ਮੈਂ ਮਾਰ ਵੀ ਨਹੀਂ ਸਕਦਾ, ਬੜਾ ਔਖਾ, ਕਿਉਂਕਿ ਇੱਕੋ ਇੱਕ ਪੁੱਤਰ ਸੀ, ਮੈਂ ਉਹਨੂੰ ਕਿੱਦਾਂ ਮਾਰ ਦਿਆਂ, ਬਹੁਤ ਔਖਾ। ਫਿਰ ਉਹ ਲੇਲੇ ਦੇ ਗਰਦਨ ਦੇ ਉੱਤੇ ਛੁਰੀ ਜੀ ਚਲਾਈ, 2.5 ਛੁਰੀਆਂ ਚੱਲੀਆਂ। ਜਦੋਂ ਹੱਥ 'ਚੋਂ ਛੁਰੀ ਡਿੱਗ ਪਈ, ਛੁਰੀ ਡਿੱਗਣ ਕਰਕੇ ਪ੍ਰਵਾਨ ਨਹੀਂ ਹੋਈ ਗੱਲ। ਚਲੋ ਜੀ ਪ੍ਰਵਾਨ ਹੋ ਗਈ ਕਰਕੇ ਉੱਥੋਂ 2.5 ਕਲਮਾਂ ਇਹਨਾਂ ਦੀਆਂ ਬਣੀਆਂ। ਜਦੋਂ ਬੱਕਰਾ ਆਦਿਕ ਵੱਢਦੇ ਨੇ ਉਦੋਂ ਪੜ੍ਹਦੇ ਨੇ। ਤੇ ਇਸ ਕਰਕੇ ਮੋਹ ਦੀਆਂ ਜੇ ਗੱਲਾਂ ਲੈ ਲਈਏ ਤਾਂ ਬੜੇ ਬੜੇ ਬੰਦੇ ਮੋਹ ਨੇ ਮਾਰ ਲਏ। ਪਰ ਧੰਨ ਗੁਰੂ ਨਾਨਕ ਦੇਵ ਜੀ ਨੇ ਮੋਹ ਵਿੱਚ ਆ ਕੇ ਇਹ ਨਹੀਂ ਕਿਹਾ ਕਿ ਸ਼੍ਰੀ ਚੰਦ ਚੱਲ ਗੱਦੀ ਤੂੰ ਲੈ ਲੈ, ਤੂੰ ਮੇਰਾ ਪੁੱਤਰ ਹੈ। ਮਹਾਰਾਜ ਕਹਿੰਦੇ ਨਹੀਂ, ਸੇਵਕ ਦੀ ਗੱਦੀ ਹੈ, ਸੇਵਕ ਨੂੰ ਹੀ ਮਿਲੇਗੀ। ਸੋ ਇਸੇ ਪ੍ਰਕਾਰ 10ਵੇਂ ਪਾਤਸ਼ਾਹ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ, ਮਹਾਰਾਜ ਨੇ ਜਕਾਰੇ ਛੱਡੇ ਨੇ, ਕੋਈ ਮੋਹ ਨਹੀਂ ਕੀਤਾ। ਬੜੀਆਂ ਸਾਖੀਆਂ ਨੇ ਆਪਣੇ ਪਾਸ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਅਣਗਿਣਤ ਹੀ ਗੁਰਮੁਖ ਪਿਆਰੇ ਜਿਹੜੇ ਨੇ, ਉਹਨਾਂ ਦੇ ਅੰਦਰ ਸੂਰਜ ਵਾਂਗੂ ਜਦੋਂ ਬ੍ਰਹਮ ਗਿਆਨ ਪ੍ਰਕਾਸ਼ਮਾਨ ਹੁੰਦਾ ਹੈ ਤਾਂ ਮੋਹ ਨੂੰ ਖਤਮ ਕਰ ਲੈਂਦੇ ਨੇ। ਜਿਵੇਂ ਨਰਮੋਹ ਰਾਜਾ ਹੋਇਆ ਇੱਕ, ਉਹਦਾ ਪੁੱਤਰ ਸ਼ਿਕਾਰ ਖੇਡਣ ਗਿਆ ਜਦੋਂ ਜੰਗਲ ਦੇ ਵਿੱਚ, ਤਾਂ ਇੱਕ ઋષਿ ਮੁਨੀ ਦੇ ਕੋਲ ਜਦੋਂ ਜਾ ਕੇ ਖੜਿਆ, ਕਹਿੰਦੇ ਕੀ ਨਾਮ ਹੈ ਤੇਰਾ? ਮੇਰਾ ਫਲਾਨਾ ਨਾਮ। ਤੇਰੇ ਪਿਤਾ ਦਾ ਨਾਮ? ਕਹਿੰਦੇ ਨਰਮੋਹ, ਰਾਜਾ ਨਰਮੋਹ ਦਾ ਪੁੱਤਰ ਹਾਂ। ਕਹਿੰਦੇ ਵਾਕਈ ਰਾਜਾ ਨਰਮੋਹ ਆ ਕਿ ਵੈਸੇ ਹੀ ਨਾਮ ਰੱਖਿਆ? ਕਹਿੰਦੇ ਪਰਖ ਕੇ ਦੇਖਦਾ ਮੈਂ। ਕਹਿੰਦੇ ਪਰਖ ਲਓ। ਉੱਥੇ ਜਿਹੜੇ ਇਹਨਾਂ ਨੇ ਹਿਰਨ ਮਾਰੇ ਸੀਗੇ, ਰਾਜੇ ਦੇ ਕੱਪੜੇ ਲਹਾ ਕੇ, ਉਹ ਬੱਚੇ ਦੇ ਵੱਡੀ ਉਮਰ ਦਾ ਹੀ ਸੀ ਰਾਜਕੁਮਾਰ, ਕੱਪੜਿਆਂ ਨੂੰ ਖੂਨ ਲਾ ਕੇ ઋષਿ ਆਪ ਹੀ ਰਾਜੇ ਦੇ ਮਹਿਲਾਂ 'ਚ ਗਿਆ। ਪਹਿਲਾਂ ਜਾ ਕੇ ਇੱਕ ਗੋਲੀ ਨੂੰ ਮਿਲਿਆ, ਕਹਿੰਦਾ ਬੜਾ ਮਾੜਾ ਹੋਇਆ, ਰਾਜਕੁਮਾਰ ਮਰ ਗਿਆ। ਗੋਲੀ ਕਹਿੰਦੀ ਇਹ ਤਾਂ ਆਉਣੀ ਜਾਣੀ ਖੇਡ ਹੈ, ਬੰਦੇ ਆਉਂਦੇ ਨੇ ਜਾਂਦੇ ਨੇ, ਇਹ ਕੋਈ ਖਾਸ ਗੱਲ ਨਹੀਂ ਹੈ, ਉਹਦੇ ਤੇ ਕੋਈ ਅਸਰ। ਉਹ ਕਹਿੰਦਾ ਜਦ ਇੱਥੇ ਦੀਆਂ ਗੋਲੀਆਂ ਤੇ ਕੋਈ ਅਸਰ ਨਹੀਂ। ਅੱਗੇ ਜਾ ਕੇ ਫਿਰ ਉਸ ਰਾਜਕੁਮਾਰ ਦੀ ਰਾਣੀ ਨੂੰ ਮਿਲਿਆ, ਕਹਿੰਦਾ ਬੜਾ ਮਾੜਾ ਹੋਇਆ, ਖਬਰ ਸੁਣਾਉਣੀ ਤਾਂ ਨਹੀਂ ਸੀ ਪਰ ਸੁਣਾਉਣੀ ਪੈ ਰਹੀ ਹੈ ਕਿ ਰਾਜਕੁਮਾਰ ਮਰ ਗਿਆ। ਆਹ ਦੇਖੋ ਜਾਨਵਰਾਂ ਨੇ ਖਾ ਲਿਆ, ਕੱਪੜੇ ਮਿਲੇ। ਉਹ ਵੀ ਕਹਿੰਦੀ ਇਹ ਵੀ ਆਉਣੀ ਜਾਣੀ ਖੇਡ ਹੈ। ਬੜਾ ਹੈਰਾਨ ਹੋਇਆ। ਫਿਰ ਉਹਦੀ ਮਾਤਾ ਨੂੰ ਮਿਲਿਆ ਜਾ ਕੇ, ਕਹਿੰਦਾ ਰਾਜਕੁਮਾਰ ਮਰ ਗਿਆ। ਕਹਿੰਦੀ ਇਹ ਤਾਂ ਜਿਵੇਂ ਪੰਛੀ ਦਰਖਤ ਤੇ ਇਕੱਠੇ ਹੁੰਦੇ ਨੇ, ਇਉਂ ਹੀ ਆਪਾਂ ਇਕੱਠੇ ਹੁੰਦੇ ਆ, ਸਵੇਰ ਹੁੰਦਿਆਂ ਪੰਛੀ ਉੱਡ ਜਾਂਦੇ ਨੇ। ਫਿਰ ਜੇ ਕੋ ਰਾਜੇ ਨੂੰ ਪੁੱਛਿਆ ਜਾ ਕੇ ਤੇਰਾ ਪੁੱਤਰ ਮਰ ਗਿਆ, ਰਾਜਾ ਬੋਲ ਰਾਮ ਰਾਮ ਹਰੀ ਹਰੀ ਬੋਲ। ਕਿਉਂ? ਕਹਿੰਦੇ ਤੇਰਾ ਪੁੱਤਰ ਮਰ ਗਿਆ। ਕਹਿੰਦੇ
ਇਹ ਤਾਂ ਇੱਕ ਦਿਨ ਮੈਂ ਵੀ ਜਾਣਾ, ਤੂੰ ਵੀ ਜਾਣਾ, ਇਹ 'ਚ ਕੋਈ ਖਾਸ ਗੱਲ ਨਹੀਂ। ਕਹਿੰਦੇ ਇਹ ਤਾਂ ਸਾਰਾ ਟੱਬਰ ਹੀ ਨਿਰਮੋਹੀਆਂ ਦਾ, ਰਾਜਾ ਚੰਗਾ ਨਿਰਮੋਹ ਨਾਮ ਰੱਖਿਆ ਇਹਨੇ। ਫਿਰ ਕਹਿੰਦਾ ਚਲੋ ਉਸ ਰਾਜਕੁਮਾਰ ਦੀ ਪਰਖ ਲੈਣੇ ਜਾ ਕੇ। ਰਾਜਕੁਮਾਰ ਨੂੰ ਜਾ ਕੇ ਰਿਸ਼ੀ ਕਹਿਣ ਲੱਗਿਆ, ਜਦੋਂ ਤੂੰ ਇੱਧਰ ਨੂੰ ਆਇਆ ਨਾ, ਮਗਰੋਂ ਇੱਕ ਗੁਆਂਢੀ ਰਾਜੇ ਨੇ ਹਮਲਾ ਕਰਤਾ, ਉਹਨੇ ਤੇਰਾ ਪਿਤਾ ਮਾਰਤਾ, ਤੇਰੀ ਮਾਤਾ ਮਾਰਤੀ, ਸਾਰਾ ਟੱਬਰ ਮਾਰਤਾ, ਲੁੱਟ ਲਿਆ ਸਭ ਕੁਝ। ਉਹ ਰਾਜਕੁਮਾਰ ਕਹਿੰਦਾ ਤਾਈਓ ਤਾਂ ਮੈਂ ਪਹਿਲਾਂ ਹੀ ਇੱਧਰ ਆ ਗਿਆ ਕਿ ਮੈਨੂੰ ਇੰਨਾ ਮੋਹ ਨਹੀਂ ਹੈ ਉਹਨਾਂ ਦਾ, ਜੇ ਉਹ ਮਰ ਜਾਣਗੇ ਤਾਂ ਉਹ ਪਰਮੇਸ਼ਰ ਦੇ ਹੁਕਮ ਵਿੱਚ ਜੀਵ ਜਾਂਦਾ, ਪਰਮੇਸ਼ਰ ਦੇ ਹੁਕਮ ਵਿੱਚ ਆਉਂਦਾ। ਰਾਜੇ ਨੂੰ ਧੰਨ ਧੰਨ ਕਹਿਣ ਲੱਗ ਗਿਆ। ਰਿਸ਼ੀ ਕਹਿੰਦਾ ਧੰਨ ਹੈ ਤੁਹਾਡਾ ਟੱਬਰ, ਇੰਨਾ ਨਿਰਮੋਹ, ਤੁਹਾਡੇ ਮਨ ਦੇ ਅੰਦਰ ਮੋਹ ਹੈ ਹੀ ਨਹੀਂ। ਉਹ ਕਹਿੰਦਾ ਅਸੀਂ ਰਹਿੰਦੇ ਪਰਮੇਸ਼ਰ ਦੇ ਹੁਕਮ ਵਿੱਚ ਆ, ਮੋਹ ਕੀ ਕਰਨਾ, ਜਦੋਂ ਜੀ ਨੇ ਜਾਣਾ ਉਦੋਂ ਜਾਣਾ ਹੀ ਐ, ਐਵੇਂ ਰੋਣ ਦਾ ਕੀ ਲਾਭ ਹੈ। ਫਿਰ ਇਸ ਕਰਕੇ ਉਹਨੂੰ ਬੜੇ ਸੋਹਣੇ ਵਰ ਦੇ ਦਿੱਤੇ। ਅਸੰਖ ਮੋਨ ਲਿਵ ਲਾਏ ਤਾਰ, ਅਣਗਿਣਤ ਹੀ ਮੋਨੀ ਪੁਰਸ਼ ਤਾਰ ਲਾ ਕੇ, ਲਿਵ ਲਾ ਕੇ, ਤੇਲ ਧਾਰਾਵਤ ਸਮਾਧੀ ਲਾ ਕੇ ਮੌਨ ਧਾਰ ਕੇ ਬੈਠੇ ਰਹਿੰਦੇ ਨੇ, ਕਿਸੇ ਨਾਲ ਗੱਲ ਨਹੀਂ ਕਰਦੇ। ਕਿੰਨਾ ਹੀ ਚਿਰ ਹੋ ਜਾਂਦਾ ਉਹਨਾਂ ਨੂੰ ਬੋਲਿਆਂ ਨੂੰ। ਪਹਾੜਾਂ ਵਿੱਚ ਜਿਹੜੇ ਬੈਠੇ ਨੇ, ਬਰਫਾਂ ਦੇ ਵਿੱਚ, ਗੁਫਾਵਾਂ ਦੇ ਵਿੱਚ, ਹਜ਼ਾਰਾਂ ਸਾਲ ਦੀ ਉਮਰ ਲੰਬੀ ਹੈ ਉਹਨਾਂ ਦੀ, ਬੈਠੇ ਨੇ ਬਸ, ਕਿਸੇ ਨਾਲ ਕਦੇ ਬੋਲਦੇ ਹੀ ਨਹੀਂ। ਉਹ ਆਪਣੀਆਂ ਸਮਾਧੀਆਂ ਲਾ ਕੇ ਉੱਥੇ ਬੈਠੇ ਨੇ। ਇੱਕ ਦੋ ਐਸੀਆਂ ਘਟਨਾਵਾਂ ਆਪਣੇ ਸਾਹਮਣੇ ਆਈਆਂ ਸਾਡੇ ਦੇਖਣ ਵਿੱਚ ਪਹਾੜਾਂ ਦੇ ਵਿੱਚ। ਸੋ ਜਿਵੇਂ ਦੋ ਨਿਹੰਗ ਸਿੰਘ, ਸੁਰ ਸਿੰਘ ਪਿੰਡ ਦੇ, ਅੰਮ੍ਰਿਤਸਰ ਸਾਹਿਬ ਜ਼ਿਲ੍ਹੇ 'ਚ ਪੈਂਦਾ ਸੁਰ ਸਿੰਘ ਪਿੰਡ, ਜਿੱਥੇ ਬਾਬਾ ਬਿਧੀ ਚੰਦ ਦਾ ਦਲ ਸਾਰਾ ਰਹਿੰਦਾ। ਉਹ ਦੋ ਸਿੰਘ ਇੱਕ ਵਾਰ ਗਏ ਸੀ ਸ੍ਰੀ ਹੇਮਕੁੰਟ ਸਾਹਿਬ, ਕਹਿੰਦੇ ਚਲੋ ਆਪਾਂ ਉੱਪਰ ਗੁਫਾ ਦੇ ਦਰਸ਼ਨ ਕਰਕੇ ਆਉਣੇ ਆ। ਫੌਜਾਂ ਜਦੋਂ ਅਰਦਾਸ ਕਰ ਲੈਣ ਫਿਰ ਨਹੀਂ ਪਿੱਛੇ ਹਟਦੀਆਂ। ਅਰਦਾਸ ਕਰ ਲਈ, ਵਾਹਿਗੁਰੂ ਵਾਹਿਗੁਰੂ ਕਰਦੇ ਉੱਪਰ ਚੜ੍ਹ ਗਏ, ਗਾਹਾਂ ਰਸਤਾ ਭੁੱਲ ਗਏ। ਉਹ ਰਸਤਾ ਭੁੱਲ ਕੇ ਹੋਰ ਹੀ ਰਸਤੇ ਕਿਤੇ ਹੋਰ ਹੀ ਪਾਸੇ ਚਲੇ ਗਏ, ਬਰਫ਼ ਹੀ ਬਰਫ਼, ਬਰਫ਼ ਹੀ ਬਰਫ਼। ਸ਼ਾਮ ਦਾ ਸਮਾਂ ਹੋ ਗਿਆ, ਕਹਿੰਦੇ ਹੁਣ ਕਿੱਧਰ ਨੂੰ ਜਾਈਏ। ਇੱਕ ਉੱਥੇ ਗੁਫਾ ਦੇਖੀ, ਉਹ ਗੁਫਾ 'ਚ ਵੜ ਕੇ ਬੈਠ ਗਏ, ਰਾਤ ਕੱਟਣੀ ਪੈਣੀ ਹੈ, ਸ਼ੇਰ ਬਘੇਰੇ ਆ ਜਾਣੇ ਆ। ਤਾਂ ਉਸ ਵਕਤ ਉਸ ਗੁਫਾ ਦੇ ਅੰਦਰ ਦੇਖਿਆ ਕਿ ਕੋਈ ਬੈਠਾ ਹੈ, ਬੜਾ ਬਿਰਧ ਸਰੀਰ, ਭਿੱਫਣਾ ਲਮਕਦੀਆਂ ਨੇ, ਚਿੱਟੇ ਵਾਲ, ਸਮਾਧੀ ਲੱਗੀ ਹੋਈ ਹੈ। ਬੈਠੇ ਬੈਠੇ ਉਹ ਮਹਾਤਮਾ ਨੇ ਭਿੱਫਣਾ ਤਾਂ ਨੂੰ ਚੱਕੀਆਂ, ਅੱਖਾਂ ਖੋਲੀਆਂ, ਕਹਿੰਦੇ ਬੱਚਾ ਤੁਸੀਂ ਇੱਥੇ ਕਿੱਥੇ? ਕਹਿੰਦੇ ਅਸੀਂ ਤਾਂ ਜੀ ਬਸ ਦਰਸ਼ਨ ਕਰਨ ਆਏ ਸੀ ਗੁਫਾ ਦੇ, ਤੇ ਅਸੀਂ ਭਟਕ ਗਏ ਰਸਤਾ, ਹੁਣ ਹਨੇਰਾ ਹੋ ਗਿਆ। ਕਹਿੰਦੇ ਇੱਥੇ ਤਾਂ ਬਈ ਸ਼ੇਰ ਆਉਂਦਾ, ਸ਼ੇਰ ਨਹੀਂ ਛੱਡੇਗਾ ਤੁਹਾਨੂੰ, ਸ਼ੇਰ ਖਾ ਜਾਂਦਾ। ਕਹਿੰਦੇ ਫੇਰ ਹੁਣ? ਕਹਿੰਦੇ ਨਾਲੇ ਗੁਫਾ ਦੇ ਦਰਸ਼ਨ ਦਾ ਜਦੋਂ ਹੁਕਮ ਹੀ ਨਹੀਂ ਤੁਹਾਨੂੰ, ਕਿਉਂ ਜਿੱਦ ਕਰਦੇ ਹੁੰਦੇ ਹੋ? ਥੱਲੇ ਦਰਸ਼ਨ ਕਰਿਆ ਕਰੋ। ਕਹਿੰਦੇ ਤੁਹਾਡਾ ਪਿੰਡ ਕਿਹੜਾ? ਕਹਿੰਦੇ ਸਾਡਾ ਪਿੰਡ ਜੀ ਸੁਰ ਸਿੰਘ ਹੈ। ਕਹਿੰਦੇ ਮੈਂ ਸੁਰ ਸਿੰਘ ਤਾਂ ਨਹੀਂ ਮੈਂ ਜਾਣਦਾ, ਹੋਰ ਕੋਈ ਨਾਂ ਦੱਸੋ। ਕਹਿੰਦੇ ਜੀ ਅੰਮ੍ਰਿਤਸਰ ਸਾਹਿਬ। ਕਹਿੰਦੇ ਉਹ ਵੀ ਨਹੀਂ ਮੈਂ ਜਾਣਦਾ। ਕਹਿੰਦੇ ਹੋਰ ਕੋਈ ਨਾਂ ਲਓ, ਪੁਰਾਣਾ ਨਾਂ। ਕਹਿੰਦੇ ਤੁੰਗ ਪਿੰਡ। ਕਹਿੰਦੇ ਹਾਂ ਤੁੰਗ ਪਿੰਡ ਦਾ ਮੈਂ ਜਾਣਦਾ, ਜਦ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਵੇਲੇ ਤੁੰਗ ਪਿੰਡ ਦੇ ਨੇੜੇ ਰਾਮਦਾਸ ਚੱਕ ਵਸਾਇਆ, ਜਦ ਪੰਜਵੇਂ ਪਾਤਸ਼ਾਹ ਵੇਲੇ ਉਹ ਤੁੰਗ ਪਿੰਡ ਬੀਬੀ ਮੰਗਣ ਗਈ ਸੀ ਰਜਨੀ, ਉਦੋਂ ਦਾ ਮੈਂ ਜਾਣਦਾ ਸਾਰਾ। ਕਹਿੰਦੇ ਅੱਛਾ, ਬੜਾ ਪੁਰਾਣਾ ਮਹਾਤਮਾ ਬੈਠਾ। ਕਹਿਣ ਲੱਗੇ ਬਈ ਆਉਂ ਕਰੋ, ਫਿਰ ਮੈਨੂੰ ਤਾਂ ਹੁਣ ਤੁਹਾਡੇ ਪਿੰਡ ਦਾ ਪਤਾ ਨਹੀਂ, ਤੁਸੀਂ ਆਪਣੇ ਪਿੰਡ ਦਾ ਧਿਆਨ ਕਰੋ ਅੱਖਾਂ ਬੰਦ ਕਰਕੇ, ਜਿੱਥੇ ਦਾ ਮਰਜ਼ੀ ਕਰ ਲਓ। ਉਹ ਕਹਿੰਦੇ ਅਸੀਂ ਆਪਣੇ ਪਿੰਡ ਤੇ ਜਿਹੜੇ ਬੱਸ ਰੁਕਦੀ ਜਾ ਕੇ ਬਾਰ-ਬਾਰ ਸੜਕ ਤੇ ਉਹਦਾ ਧਿਆਨ ਕਰ ਲਿਆ, ਸਤਨਾਮ ਵਾਹਿਗੁਰੂ ਕਹਾਇਆ ਉਹਨਾਂ ਤੋਂ। ਕਹਿੰਦੇ ਲੈ ਵੀ ਆਪਣੇ ਪਿੰਡ ਦਾ ਧਿਆਨ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਬਸ ਇੰਨੀ ਆਵਾਜ਼ ਆਈ, ਕਹਿੰਦੇ ਖੋਲੋ ਅੱਖਾਂ, ਅੱਖਾਂ ਖੋਲੋ। ਮੈਂ ਮੁੜ ਕੇ ਕਹਿੰਦਾ ਜਦ ਦੇਖਿਆ ਅਸੀਂ ਸੁਰ ਸਿੰਘ ਦੇ ਅੱਡੇ ਤੇ ਖੜੇ ਹਾਂ, ਜਿੱਥੇ ਦਾ ਧਿਆਨ ਸੁਰਤੀ ਦੀ ਸਵਾਰੀ ਨਾਲ ਹੀ ਮਹਾਤਮਾ ਨੇ ਉਹਨਾਂ ਨੂੰ ਉੱਥੇ ਭੇਜ ਦਿੱਤਾ। ਸੋ ਇਸ ਕਰਕੇ ਕਈ ਤਾਂ ਇੰਨੀ ਸਮਾਧੀ ਲਾ ਕੇ ਤੇਲ ਧਾਰਾਵਤ ਬੈਠ ਜਾਂਦੇ ਨੇ ਕਿ ਸਾਰੀ ਜ਼ਿੰਦਗੀ ਬੋਲਣ ਦਾ ਨਾਮ ਹੀ ਨਹੀਂ ਲੈਂਦੇ। ਇੱਕ ਤਾਂ ਇਹ ਸਮਾਧੀ ਹੋ ਗਈ। ਇੱਕ ਗੁੰਗ ਮੌਨ ਹੈ, ਬਚਪਨ ਤੋਂ ਗੁੰਗਾ ਹੈ, ਉਹ ਤਾਂ ਬੋਲਦਾ ਹੀ ਨਹੀਂ।
एक दे कोई सੱਟ वगैरह लग गई वो भी गूंगा हो जाता, वो नहीं बोलता। एक जड़ मौन है। जड़ मौन इउं हुंदा जिवें किसी सभा विच सारे सियाणे बंदे बैठे होण ते बंदा समझे भी मैं इत्थे योग नहीं बोलण दे, वो चुप करके सुनी जाता। इहनूं जड़ मौन कहंदे ने। वो कहने जिवें बोलिया ना फिर इन्हां नूं पता लग जाएगा इन्नी अकल दा ही मालक है, इस करके विद्वानां विच बह के बोलना नहीं चाहिदा। वो जड़ मौन ही धारण कर लैंदा। जिथे बोलन हारी है तिथे चंगी चुप। तीजा जिहड़ा हुंदा मौन वो कास्ट मौन है। कास्ट मौन जिहड़ा है लक्कड़ वांगू मौनी बन के छिले कट्टणे भी असीं तां किसी नाल गल ही नहीं करदे, बोलदे नहीं। अंदर संकल्पां दीयां गट्ठां, अंदरों जी करदा बोलीए पर बाहरों मौन रखिया होया। मौनी होए बैठा एकांती हिरदा कल्पन गाठा। हुण एक चौथा ओरिजिनल मौन है जिन्हों कहते हैं ज्ञान मौन। ज्ञान मौन केवल ब्रह्म ज्ञानी नूं हुंदा है, जिहदे अंदरों संकल्प विकल्प मर जाते हैं, जिहदे अंदरों सारा कुछ ही खत्म हो जाता है, जिहड़ा सचमुच ही चुप हो जाता है, शांत हो जाता है, अपने आनंद विच लीन हो जाता है, उहनूं कहने ज्ञान मौन धारण कर लिया। सो इस तरह ज्ञान मौन नूं धारण करके ब्रह्म ज्ञानी अपने आनंद विच लीन होकर बैठा रहिंदा, क्योंकि उन्हें अपने अंदरों पंजां कोशां नूं खत्म कर लिया। हंगता ममता सारी मुका लई, उहदे अंदरों बोलना बंद ही हो गया। बाबा बोलना क्या कही है, जैसे राम नाम रव रही है। कहते बाबा हुण बोलीए की? कहते बाबा कुछ बोलते नहीं। गुरु नानक देव जी नूं कहते गुरु अर्जन देव महाराज नूं कहो तुसीं हुण कुछ बोलते नहीं। कहते बोलना की? बोलत बोलत बिड़ा है विकारा। कहते बोलदियां बोलदियां बंदे अंदर विकार वध जाते हैं। इस करके असीं जदों भी बोलते हैं तो वाहिगुरू ही बोलते हैं। वाहिगुरू कुदरत कवण कहा विचार। कहते मेरी की शक्ति है कि मैं कुदरत की विचार नूं कह सकां, उस अकाल पुरख की विचार नूं कह सकां। कवण कुदरत मेरी की शक्ति कि मैं उहदे विचार नूं कह सकां। कुदरत विच भी की शक्ति है कि वह अकाल पुरख की कुदरत भी उहदा कथन कर सके। उहदी कुदरत भी उहदा कथन नहीं कर सकती। वो भी कहनी मैं नहीं जानती उहदे बारे, जिड्डा वड्डा परमेश्वर है। किसी दे विच की शक्ति है, कोई बंदा भी उहदी कुदरत नूं नहीं विचार करके दस सकदा। जिहड़े विचार करते हैं उहदे विच लीन हो जाते हैं। वारिया ना जावा एक बार, एक वाल भी एक रोम भी मैं उहदा कथन नहीं कर सकदा। एक वार भी बलिहार नहीं जा सकदा, पर लखां वारी बलिहार जाइए उस वाहिगुरू तो कथन नहीं कर सकते उहदा आपां। एक रोम, उहदे एक रोम दे विच ही करोड़ां खंड ब्रह्मंड ने, इस करके उहदा रोम कथन करना ही औखा। कहंदे महाराज फिर परमेश्वर प्रसन्न किवें हुंदे ने? कहंदे वो तो भाणे विच जिहड़ा रहे उहदे ते ही प्रसन्न हुंदे ने, जिहड़ा उहदा आग्याकारी पुत्र बन जावे। सो जिवें 6वें पातशाह महाराज जदों गुजरवाल पिंड पहुंचे, उत्थे जाके लांगरी ने थोड़ा जिहा थां साफ किया, थोड़ा थां पट्टिया, इत्थे चुल्हा बना लिए, लंगर तैयार करना। उथों हड्डियां निकल आईयां, फिर होर पट्टिया, फिर होर हड्डियां निकल आईयां। वो महाराज कोल आ गया, महाराज इन्नियां हड्डियां निकल आईयां, वो पता नहीं की थां उत्थे है जा। फिर काफ़ी बंदे ला के थां पट्टिया, सारियां हड्डियां टुटियां हुई कि थल्ले एक रंग साबता पिया। महाराज सच्चे पातशाह कहने धन है। कहने महाराज ये की गल, धन कौन है? कहने भाई कोई समा सी हजारां साल पहला धरती ते काल पिया सी, बरसात हो ही नहीं सी कई साल, दाने मुक गए धरती तो। आ जिहड़े बंदे दा करंग साबत पिया ना, ये बड़ी शक्ति वाला करामाती बंदा सी। ये चाहुंदा तां सारी धरती दा भोजन शक्ति नाल इकट्ठा कर सकदा सी, ये चाहुंदा तां स्वाद लै सकदा सी। मैं तां धन कहा, धन है बंदा इन्नी शक्ति दे हुंदियां इन्नी शक्ति दिखाई नहीं, भाणा मंदियां भुखा मर गया, शरीर छड्ड गया है। धन है बंदा, इहो जे बंदे अजर अवस्था नूं जरन वाले धन ने,
ਜਿਹੜੇ ਇਹ ਗੱਲ ਕਹਿ ਦਿੰਦੇ ਨੇ ਜੋ ਤੁਧ ਭਾਵੈ ਸਾਈ ਭਲੀ ਕਾਰ। हे ਵਾਹਿਗੁਰੂ, ਜਿਹੜੀ ਤੈਨੂੰ ਕਾਰ, ਜਿਹੜੀ ਚੀਜ਼ ਭਾਉਂਦੀ, ਜਿਹੜਾ ਕੰਮ ਭਾਉਂਦਾ, ਜਿਹੜਾ ਕਰਮ ਭਾਉਂਦਾ, ਉਹੀ ਚੰਗਾ। ਜੋ ਤੁਧ ਭਾਵੈ ਸਾਈ ਭਲੀ ਕਾਰ। शिव जी पार्वती तुरे जान, बच्चा बाहर बैठा अन्ना, बाकी बच्चे नहाउंदे ने दरिया विच। पार्वती कहनी महाराज इहनूं भी कर दिओ ठीक, ये भी नहा लवे बेचारा, देखो अन्ना है, तुहाडे च इन्नी शक्ति है, इहनूं ठीक कर दो। वो कहंदे देख परमेश्वर नूं जो भाउंदा उही ठीक हुंदा, रब ने इहनूं ठीक ही अन्ना बनाया। वो मन्नी नहीं, कहंदे चंगा पानी लिया, पानी कमंडल च भर के लियांदा, राम राम कह के छिट्टा मारिया, संजाखा हो गया। उन्हें उस टाइम दरिया छाल मारती, तरन लग गया। उन्हें एक बच्चे की गर्दन पकड़ी, वो हासे हासे च गर्दन पानी च डबोती, बच्चा मर गया। फिर एक दूजे बच्चे की गर्दन डबोती, तीजे की डबोती, या 3 बच्चे मरे। पार्वती अपने मूँह नाल ही कहती महाराज इहनूं तां अन्ना ही कर दो, ये तो उवें ठीक सीगा। कहंदे क्यों? कहंदे ये तो बच्चे मारते 2-3। कहने मैं तेनों पहला कहा सी कि रब जिथे रखदा बंदे नूं वो गल ठीक ही हुंदी आ, परमात्मा किसी नूं गलत नहीं रखदा। आ कई बंदे ने इन्नी दुख तकलीफ च हुंदे ने, आपां सुन के उन्हां नूं कहने चल इहदा दुख दूर कर दिंदे आ, वो कई बार देखे उल्ट साडे ही गल पै जांदा काम, फिर वो साडे ही गल पै जांदे ने। चंगा दुख तकलीफ दूर कीता इहदा, कई बंदिआं नाल देखदे आ वो उल्टी गल पैंदी। फिर हरेक नूं यही आखीदा भाई तेरा ही कर्म है, तू ही भुगत, वाहिगुरू वाहिगुरू कर, बाणी पढ़िया कर। कर्म आपां किसी दा कट नहीं सकते, जे आपदे ते वजन लैके किसी दा कर्म कट भी दईए तो वो बंदा उल्ट हो जाता, तकलीफ दिंदा आपां नूं। क्योंकि हरेक बंदे नूं जे सट वजी है तां भी उहदे भाणे च है, बीमारी लगी हुई है तां भी उहदे भाणे विच है, गरीबी आई है तां भी भाणे विच है। हरेक सजा हरेक भाणे विच जे मान लईए, जे कह दईए जो तुध भावै साई भली कार, जिहड़ी तैनूं भाउंदी है कार उही भली है। तू सदा सलामत निरंकार, हे निराकार परमेश्वर तू सदा सलामत है, स्थित है पिछे भी। पर देखण वाले नूं लगदा कि बड़ा गलत हो रहा है। इस करके महाराज कहने अकाल पुरख दे भाणे अंदर आइए, बेनतियां करिए कि महाराज सच्चे पातशाह चंगा ही करते ने। जे गरीबी आ गई वो भी बहुत चंगी गल है, अमीरी आ गई वो भी चंगा है, जो भी आ गया सो भला ही भला है। गरीबी आ गई कोई माड़ी गल नहीं करता, गरीबी आ गई तो नाम जपण लाउंदी है, गरीबी आ जाए गुरु घर वाल तुरदा, जे अमीरी आ जाए गुरु घर तो पिछे नूं हट जाता। इसे करके झटका मारना पैंदा माड़ा जिहा। महाराज कहने सानूं भी तां कि वो बंदे नूं थोड़ा झटका लाइए ताकि वो नाम जपण लग जाए। ऐसा महाराज ने आपां नूं उपदेश दिता है। जपजी साहब का पाठ तो आप रोज़ करते हैं, कई सालों तो करते हैं, पर आ जिहड़ियां चीज़ां इन्हां नूं ध्यान च रखिया करो। ये तत्काल कमाउण वालियां पंक्तियां ने। कुदरत कवण कहा विचार, वारिया न जावा एक बार, जो तुध भावै साई भली कार, तू सदा सलामत निरंकार। वाहे गुरु वाहे गुरु। वाहे गुरु वाहे गुरु। आप ही करदा इनू जाके चलाने तू करने तू कर, क्या ते होर कोई करना। असंख भाओ। पहला तो आपां विचार कीती सी अणगिणत प्रकार दे जप ने, अणगिणत प्रकार दे प्रेम ने, पर असल विच असंख नाम है किहदा? जिहड़ा गिणतियां तो बाहर है उहनूं असंख कहंदे ने। असंख बेअंत, बेअंत कौन है? वाहिगुरू। असंख परमेश्वर दा जिन्हां ने जप कीता है, असंख परमेश्वर ने
ਗਿਣਤੀ ਤੋਂ ਬਾਹਰ ਜੋ ਅਕਾਲ ਪੁਰਖ ਹੈ, ਭਾਉ ਉਹਨਾਂ ਨੂੰ ਪ੍ਰੇਮ ਦਿੱਤਾ, ਬਹੁਤ ਪ੍ਰੇਮ ਕੀਤਾ, ਪ੍ਰਕਾਸ਼ ਦਿੱਤਾ। ਅਣਗਿਣਤ ਵਾਹਿਗੁਰੂ ਦਾ ਜਾਪ ਕਰਨ ਨਾਲ ਅਣਗਿਣਤ ਪ੍ਰਕਾਰ ਦਾ ਹੀ ਪ੍ਰੇਮ ਮਿਲਿਆ, ਭਾਵਨਾ ਮਿਲੀ। ਉਹਨਾਂ ਨੂੰ ਹਰੇਕ ਪ੍ਰਕਾਰ ਦਾ ਪ੍ਰਕਾਸ਼ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ। ਅਸੰਖ ਪੂਜਾ, ਜਿਨ੍ਹਾਂ ਨੇ ਅਸੰਖ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਕਰ ਲਿਆ, ਉਹਨਾਂ ਨੇ ਸਾਰੀਆਂ ਹੀ ਪੂਜਾ ਕਰ ਲਈਆਂ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਅਸੰਖ ਪਰਮੇਸ਼ਰ ਦਾ ਵਾਚਕ ਹੈ, ਇਸ ਕਰਕੇ ਜਿੱਥੇ ਅਸੰਖ ਅੱਖਰ ਆ ਜਾਂਦਾ ਉੱਥੇ ਪਰਮੇਸ਼ਰ ਦਾ ਹੀ ਨਾਮ ਆਉਂਦਾ। ਅਸੰਖ ਤਪ ਤਾਉ, ਜਿਨ੍ਹਾਂ ਨੇ ਅਸੰਖ ਪ੍ਰਮਾਤਮਾ ਦਾ ਜਾਪ ਕਰ ਲਿਆ, ਉਹਨਾਂ ਨੇ ਸਾਰੇ ਪ੍ਰਕਾਰ ਦੇ ਹੀ ਤਪ ਕਰ ਲਏ। ਤਾਉ ਤਪ ਤਾ ਲਏ ਉਹਨਾਂ ਨੇ ਸਾਰੇ ਪ੍ਰਕਾਰ ਦੇ। ਹੁਣ ਤਪ ਜਿਹੜੇ ਤਿੰਨ ਤਰ੍ਹਾਂ ਦੇ ਨੇ, ਤਿੰਨ ਪ੍ਰਕਾਰ ਦੇ ਤਪ ਵਿੱਚੋਂ ਇੱਕ ਤਪ ਆਪਾਂ ਹੁਣ ਕਰ ਰਹੇ ਹਾਂ। ਪਹਿਲਾ ਤਪ ਰਾਜਸੀ ਤਪ ਹੈ, ਆਪਣੀ ਇੰਦਰੀਆਂ ਦਾ ਦਮਨ ਕਰਨਾ।